ਹੈਲੋ एवरीवन, स्वागत है ਤੁਹਾਡਾ ਆਪਣੇ YouTube ਚੈਨਲ 3K ਲਰਨਿੰਗ ਤੇ। ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਾਡਾ ਪਾਰਲੀਮੈਂਟ ਵਾਲੇ ਟੌਪਿਕ ਦਾ ਪਾਰਟ ਨੰਬਰ 2, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਪੀਕਰ ਤੋਂ ਅੱਗੇ ਵਾਲੇ ਟੌਪਿਕਸ ਨੂੰ। ਸਪੀਕਰ ਵਾਲਾ ਟੌਪਿਕ ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਡਿਸਕਸ ਕਰ ਰਹੇ ਸੀਗੇ ਫਸਟ ਸਪੀਕਰ ਆਫ ਲੋਕ ਸਭਾ ਦੈਟ ਇਜ਼ जीवी मावलांकर, फस्ट फीमेल स्पीकर दैट इज़ मीरा कुमारी, लॉन्गेस्ट सर्वाइविंग स्पीकर बलराम जाखड़, तो प्रेजेंट स्पीकर इज़ ओम बिरला जिन्हों ने रिप्लेस किया है सुमित्रा महाजन नूं। इहदे विच अगे आपां डिस्कस करते हैं नैक्सट टॉपिक नूं। ਉਹਦੇ 'ਚ ਆਏਗਾ ਰਾਜ ਸਭਾ। ਹੁਣ ਦੇਖੋ ਆਪਾਂ ਜਿਹੜਾ ਲੋਕ ਸਭਾ ਦੇ ਬਾਰੇ ਇਨ ਡਿਟੇਲ ਕਵਰ ਅਪ ਕਰ ਚੁੱਕੇ ਹਾਂ ਸਾਰੇ ਦੇ ਸਾਰੇ। ਇਸ ਤੋਂ ਬਾਅਦ ਆਪਾਂ ਡਿਸਕਸ ਕਰਨਾ ਹੈ ਰਾਜ ਸਭਾ ਨੂੰ। ਰਾਜ ਸਭਾ ਕੀ ਹੈ? ਇਹਦੇ ਵਿੱਚ ਇਹਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ, ਯਾਨੀ ਕਿ ਆਪਾਂ ਲੋਕ ਸਭਾ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਵੀ ਜਿਹੜੀ ਸਾਡੀ ਪਾਰਲੀਮੈਂਟ ਹੈ ਉਹ ਦੋ ਸਦਨ ਨੇ। ਉਹਦੇ ਵਿੱਚ ਪਹਿਲਾ ਜਿਹੜਾ ਹੈ ਲੋਕ ਸਭਾ ਦਾ ਹੈ, ਦੂਸਰਾ ਜਿਹੜਾ ਸਦਨ ਹੈ ਉਹ ਰਾਜ ਸਭਾ ਦਾ ਹੈ। ਲੋਕ ਸਭਾ ਦੇ ਸਦਨ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਇਹਦੇ ਮੈਂਬਰ ਕਿੰਨੇ ਨੇ, ਮੈਕਸੀਮਮ ਮੈਂਬਰ ਕਿੰਨੇ ਨੇ, ਤੇ ਜਿਹੜੇ ਚੁਣ ਕੇ ਕਿਹੜੇ ਪਰਸਨ ਆਉਂਦੇ ਨੇ, ਕਿੱਥੋਂ ਆਉਂਦੇ ਨੇ, ਕਿਵੇਂ ਆਉਂਦੇ ਨੇ, ਉਹਨਾਂ ਬਾਰੇ ਡਿਸਕਸ ਕੀਤਾ ਸੀ। ਉਸੇ ਪ੍ਰਕਾਰ ਨਾਲ ਆਪਾਂ ਰਾਜ ਸਭਾ ਬਾਰੇ ਡਿਸਕਸ ਕਰਾਂਗੇ। ਆਪਾਂ ਨੂੰ ਪਤਾ ਹੈ ਕਿ ਲੋਕ ਸਭਾ ਜਿਹੜਾ ਲੋਅਰ ਹਾਊਸ ਹੁੰਦਾ ਹੈ, ਤਾਂ ਉਸੇ ਪ੍ਰਕਾਰ ਨਾਲ ਜਿਹੜਾ ਰਾਜ ਸਭਾ ਹੈ ਉਹ ਕੀ ਹੋਏਗਾ, ਉਹ ਅਪਰ ਹਾਊਸ ਹੋਏਗਾ। ਰਾਜ ਸਭਾ ਜਿਹੜਾ ਹੈ ਸੰਸਦ ਦਾ ਉੱਪਰਲਾ ਸਦਨ ਹੈ, ਤੇ ਇਹਨੂੰ ਆਪਾਂ ਦੂਜਾ ਸਦਨ ਵੀ ਕਹਿ ਦਿੰਦੇ ਹਾਂ। ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹ ਸਟੇਟਸ ਤੇ ਯੂਟੀਜ਼ ਦੀਆਂ ਵਿਧਾਨ ਸਭਾਵਾਂ ਦੇ ਵਿੱਚੋਂ ਚੁਣ ਕੇ ਆਏ ਹੋਏ ਮੈਂਬਰ ਹੁੰਦੇ ਨੇ। ਉਸ ਤੋਂ ਬਾਅਦ ਇਸ ਪ੍ਰਕਾਰ ਰਾਜ ਸਭਾ ਦੇ ਜਿਹੜੇ ਮੈਂਬਰਾਂ ਦੀਆਂ ਚੋਣਾਂ ਨੇ ਉਹ ਅਪ੍ਰਤੱਖ ਢੰਗ ਨਾਲ ਹੁੰਦੀਆਂ ਨੇ, ਯਾਨੀ ਕਿ ਬੇਸਿਕਲੀ ਆਪਾਂ ਤਾਂ ਕੀ ਕਰਦੇ ਹਾਂ, ਆਪਾਂ ਲੋਕ ਸਭਾ ਦੇ ਮੈਂਬਰ ਚੁਣ ਲੈਂਦੇ ਹਾਂ। ਤਾਂ ਉਸੇ ਪ੍ਰਕਾਰ ਨਾਲ ਜਿਹੜੇ ਆਪਣੇ ਸਟੇਟਸ ਨੇ ਤੇ ਯੂਟੀਜ਼ ਨੇ, ਉਹਨਾਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਨੇ, ਉਹਨਾਂ ਦੇ ਵਿੱਚੋਂ ਜਿਹੜੇ ਪਰਸਨ ਚੁਣ ਕੇ ਆਉਂਦੇ ਨੇ ਉਹੀ ਰਾਜ ਸਭਾ ਦੇ ਵਿੱਚ ਬੈਠਦੇ ਨੇ। ਤਾਂ ਬੇਸਿਕਲੀ ਇਹਨਾਂ ਨੂੰ ਆਪਾਂ ਨਹੀਂ ਚੁਣਦੇ ਹਾਂ, ਇਹ ਅਪ੍ਰਤੱਖ ਢੰਗ ਦੇ ਨਾਲ ਚੁਣੇ ਜਾਂਦੇ ਹਨ। ਮੈਕਸੀਮਮ ਜਿਹੜੀਆਂ ਇਹਨਾਂ ਦੀਆਂ ਸੀਟਸ ਨੇ ਉਹ ਕਿੰਨੀਆਂ ਹੁੰਦੀਆਂ ਨੇ? 250 ਮੈਂਬਰ ਹੁੰਦੇ ਨੇ, ਜਿਹਦੇ ਵਿੱਚੋਂ 238 ਮੈਂਬਰ ਜਿਹੜੇ ਨੇ ਸਟੇਟਸ ਦੇ ਵਿੱਚੋਂ ਆਉਂਦੇ ਨੇ, ਤੇ ਜਿਹੜੇ ਯੂਟੀਜ਼ ਦੇ ਵਿੱਚੋਂ ਆਉਂਦੇ ਨੇ 238, ਯਾਨੀ ਕਿ ਮੈਂਬਰ ਇਹ ਸਟੇਟਸ ਤੇ ਯੂਟੀਜ਼ ਦੋਨਾਂ ਵਿੱਚੋਂ ਹੁੰਦੇ ਨੇ, ਤੇ 12 ਮੈਂਬਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਚੁਣਦਾ ਹੈ। ਹੁਣ ਆਪਾਂ ਨੂੰ ਪਤਾ ਸੀ ਜਿਹੜੀ ਲੋਕ ਸਭਾ ਹੈ ਉਹਦਾ ਜਿਹੜਾ ਟੈਨਿਓਰ ਹੈ ਉਹ 5 ਸਾਲ ਹੁੰਦਾ ਹੈ। 5 ਸਾਲ ਵੀ ਕਦੇ ਨਾ ਕਦੇ ਜਿਹੜਾ ਹੈ ਇਹਨੂੰ ਵਧਾਇਆ ਜਾ ਸਕਦਾ ਹੈ, ਤੇ ਇਹਨੂੰ ਟਾਈਮ ਤੋਂ ਪਹਿਲਾਂ ਜਿਹੜਾ ਹੈ ਭੰਗ ਵੀ ਕੀਤਾ ਜਾ ਸਕਦਾ ਹੈ, ਯਾਨੀ ਕਿ ਇਹ ਇੱਕ ਅਸਥਾਈ ਜਿਹੜਾ ਹੈ ਸਦਨ ਸੀਗਾ, ਯਾਨੀ ਕਿ ਇਹਨੂੰ ਕਦੇ ਵੀ ਆਪਾਂ ਭੰਗ ਕਰ ਸਕਦੇ ਹਾਂ। ਰਾਜ ਸਭਾ ਵਾਲਾ ਜਿਹੜਾ ਹੈ ਉਹ ਸਥਾਈ ਸਦਨ ਹੈ, ਯਾਨੀ ਕਿ ਇਹ ਵਾਲਾ ਜਿਹੜਾ ਸਦਨ ਹੈ ਇਹਨੂੰ ਆਪਾਂ ਭੰਗ ਨਹੀਂ ਕਰ ਸਕਦੇ। ਇਹਦਾ ਜਿਹੜਾ ਕਾਰਜਕਾਲ ਹੈ ਉਹ 6 ਸਾਲਾਂ ਦਾ ਹੀ ਹੈ। ਇਹਦੇ ਵਿੱਚ ਹੀ ਦੇਖ ਲਓ, ਰਾਜ ਸਭਾ ਦਾ ਜਿਹੜਾ ਸਦਨ ਹੈ ਉਹ ਕੀ ਹੈ? ਸਥਾਈ ਹੈ, ਯਾਨੀ ਕਿ ਇਹਨਾਂ ਨੂੰ ਆਪਾਂ ਭੰਗ ਨਹੀਂ ਕਰ ਸਕਦੇ। ਇਹਦੇ ਵਿੱਚ ਜਿਹੜੇ ਹਮੇਸ਼ਾ ਹਰ 2 ਸਾਲਾਂ ਬਾਅਦ 1/3 ਮੈਂਬਰ ਜਿਹੜੇ ਨੇ ਉਹ ਰਿਟਾਇਰ ਹੁੰਦੇ ਜਾਂਦੇ ਨੇ, ਯਾਨੀ ਕਿ ਇਹਦੇ ਵਿੱਚ ਕੀ ਹੈ, ਜਿਹੜੇ ਹਰ 2 ਸਾਲਾਂ ਬਾਅਦ 1/3 ਮੈਂਬਰ ਜਿਹੜੇ ਨੇ ਉਹ ਰਿਟਾਇਰ ਹੁੰਦੇ ਜਾਣਗੇ। ਇਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ 6 ਸਾਲਾਂ ਦਾ ਹੁੰਦਾ ਹੈ। ਤੇ ਇਹਦੇ ਦੇ ਵਿੱਚ ਜਿਹੜੇ ਅਗਰ ਆਪਾਂ ਰਾਜ ਸਭਾ ਦੇ ਮੈਂਬਰ ਬਣਨਾ ਹੈ ਤਾਂ ਸਾਡੀ ਜਿਹੜੀ ਉਮਰ ਹੈ ਉਹ ਘੱਟ ਤੋਂ ਘੱਟ 30 ਸਾਲ ਹੋਣੀ ਚਾਹੀਦੀ ਹੈ। ਕੰਪੈਰੀਜ਼ਨ ਕਰੀਏ ਤਾਂ ਲੋਕ ਸਭਾ ਦੇ ਵਿੱਚ ਆਪਾਂ ਪੜ੍ਹਿਆ ਸੀਗਾ 25 ਜਾਂ ਫਿਰ 25 ਪਲੱਸ ਹੋਣੀ ਚਾਹੀਦੀ ਹੈ। ਰਾਜ ਸਭਾ ਦੇ ਵਿੱਚ ਜਿਹੜਾ ਹੈ 30 ਜਾਂ ਫਿਰ 30 ਤੋਂ ਪਲੱਸ ਹੋਣੀ ਚਾਹੀਦੀ ਹੈ। ਇਹਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਸੀ ਵੀ ਇਹਨੂੰ ਆਪਾਂ ਜਿਹੜਾ ਹਾਊਸ ਆਫ ਪੀਪਲ ਕਹਿੰਦੇ ਹਾਂ, ਲੋਕ ਸਭਾ ਨੂੰ ਹਾਊਸ ਆਫ ਪੀਪਲ, ਤੇ ਰਾਜ ਸਭਾ ਨੂੰ ਆਪਾਂ ਕਹਿੰਦੇ ਹਾਂ ਕਾਊਂਸਿਲ ਆਫ ਸਟੇਟ। ਕੁਝ ਚੀਜ਼ਾਂ ਜਿਹੜੀਆਂ ਮੈਂ ਐਕਸਟਰਾ ਤੋਂ ਲਿਖਵਾ ਰਹੀ ਹਾਂ, ਤਾਂ ਉਹਨਾਂ ਨੂੰ ਨਾਲ ਦੀ ਨਾਲ ਜ਼ਰੂਰ ਨੋਟ ਕਰਦੇ ਜਾਈਓ ਤਾਂ ਕਿ ਤੁਹਾਨੂੰ ਕਿਤੇ ਵੀ ਦਿੱਕਤ ਨਾ ਆਏ। ਠੀਕ ਹੈ, ਅੱਗੇ ਗੱਲ ਕਰਦੇ ਹਾਂ। ਉਪ ਰਾਸ਼ਟਰਪਤੀ ਆਪਣੀ ਪਦਵੀ ਵਜੋਂ ਇਸ ਦਾ ਪ੍ਰਧਾਨ ਹੁੰਦਾ ਹੈ, ਯਾਨੀ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਰਾਜ ਸਭਾ ਦਾ ਜਿਹੜਾ ਹੈੱਡ ਹੈ ਉਹ ਕੌਣ ਹੁੰਦਾ ਹੈ? ਉਪ ਰਾਸ਼ਟਰਪਤੀ ਹੁੰਦਾ ਹੈ। ਇਹ ਚੇਅਰਮੈਨ ਰਾਜ ਸਭਾ ਦੀ ਸਾਰੀ ਕਾਰਵਾਈ ਕਰਦਾ ਹੈ। ਦੇਖੋ, ਲੋਕ ਸਭਾ ਦੀ ਕਾਰਵਾਈ ਕੌਣ ਕਰਵਾਉਂਦਾ ਹੈ? ਸਪੀਕਰ ਕਰਵਾਉਂਦਾ ਸੀਗਾ, ਤੁਹਾਨੂੰ ਯਾਦ ਹੋਵੇਗਾ, ਹੈ ਨਾ। ਤਾਂ ਉਸੇ ਪ੍ਰਕਾਰ ਦੇ ਨਾਲ ਇਹਦੀ ਜਿਹੜੀ ਕਾਰਵਾਈ ਹੈ ਸਾਰੀ ਉਹ ਕੌਣ ਵੇਖਦਾ ਹੈ? ਇਹਦੇ ਵਿੱਚ ਚੇਅਰਮੈਨ ਵੇਖਦਾ ਹੈ, ਜਿਹਨੂੰ ਆਪਾਂ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਹਾਂ। ਵਾਈਸ ਪ੍ਰੈਜ਼ੀਡੈਂਟ ਦੇ ਨਾਲ ਇੱਥੇ ਇੱਕ ਡਿਪਟੀ ਚੇਅਰਮੈਨ ਵੀ ਹੁੰਦਾ ਹੈ, ਜਿਹੜਾ ਕਿ ਚੇਅਰਮੈਨ ਦੇ ਨਾ ਹੋਣ ਦੀ ਸਥਿਤੀ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਨੂੰ ਯੂਜ਼ ਕਰਦਾ ਹੈ।
ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਲੋਕ ਸਭਾ ਦੇ ਵਿੱਚ SC ਤੇ ST ਦਾ ਕੀ ਹੁੰਦਾ ਹੈ, ਰਿਜ਼ਰਵੇਸ਼ਨ ਹੁੰਦਾ ਹੈ। ਇੱਥੇ ਕਿਸੇ ਵੀ ਪ੍ਰਕਾਰ ਦਾ ਰਿਜ਼ਰਵੇਸ਼ਨ ਨਹੀਂ ਹੁੰਦਾ। ਇੱਥੇ ਲੋਕ ਜਿਹੜੇ ਨੇ ਨੋਮੀਨੇਟਡ ਨਹੀਂ ਹੁੰਦੇ। ਇੱਥੇ ਜਿਹੜੇ 12% ਆਪਾਂ ਨੋਮੀਨੇਟਡ ਹੁੰਦੇ ਨੇ, ਜਿਹੜੇ ਕਿੱਥੋਂ ਹੁੰਦੇ ਨੇ, ਜਿਹੜੇ ਕਿਸੇ ਨਾ ਕਿਸੇ ਪਰਟੀਕੂਲਰ ਸਾਹਿਤ ਤੋਂ, ਕਲਾ ਤੋਂ, ਸਮਾਜ ਸੇਵੀ ਖੇਤਰ ਤੋਂ ਪ੍ਰਸਿੱਧੀ ਪ੍ਰਾਪਤ ਕੀਤੇ ਹੋਏ ਹੁੰਦੇ ਹਨ। ਇਹ ਨਾਮਜ਼ਦ ਕੀਤੇ ਜਾਂਦੇ ਹਨ, ਯਾਨੀ ਕਿ ਨੋਮੀਨੇਟਡ ਕੀਤੇ ਜਾਂਦੇ ਹਨ। ਅਤੇ ਓਥ ਆਫ MP ਯਾਨੀ ਕਿ ਜਿਹੜੇ ਇੱਥੋਂ ਦੇ, ਕਿਉਂਕਿ ਰਾਜ ਸਭਾ ਵਾਲੇ ਤਾਂ ਕਿਹੜੇ ਹੁੰਦੇ ਨੇ, ਉਹ MLA ਹੁੰਦੇ ਨੇ, ਹੈ ਨਾ। ਅਤੇ ਉਸ ਤੋਂ ਬਾਅਦ ਲੋਕ ਸਭਾ ਵਾਲੇ MLA ਹੋ ਗਏ, ਅਤੇ ਇੱਧਰ ਵਾਲੇ ਕਿਹੜੇ ਹੋ ਗਏ, MP ਹੋ ਗਏ। ਜਿਹੜੇ MP ਦੀ ਓਥ ਹੈ, ਯਾਨੀ ਕਿ ਇਹਨਾਂ ਦੀ ਜਿਹੜੀ ਓਥ ਹੈ ਉਹ ਕੌਣ ਦਿਵਾਉਂਦਾ ਹੈ, ਉਹ ਸਾਡਾ ਜਿਹੜਾ ਚੇਅਰਮੈਨ ਹੈ ਉਹੀ ਦਿਵਾਉਂਦਾ ਹੈ। ਅਤੇ ਲੋਕ ਸਭਾ ਦੇ ਜਿਹੜੇ ਪਰਸਨ ਹੋਣਗੇ, ਲੋਕ ਸਭਾ ਦੇ ਜਿਹੜੇ ਮੈਂਬਰ ਹੋਣਗੇ, ਉਹਨਾਂ ਨੂੰ ਓਥ ਕੌਣ ਦਿਵਾਏਗਾ, ਉਹਨਾਂ ਨੂੰ ਸਪੀਕਰ ਦਿਵਾਏਗਾ। ਠੀਕ ਹੈ ਜੀ। ਅੱਗੇ ਚੱਲਦੇ ਹਾਂ। ਸੰਸਦ ਦੀਆਂ ਸ਼ਕਤੀਆਂ। ਸੰਸਦ ਦੀਆਂ ਸ਼ਕਤੀਆਂ ਕੀ ਹੋਣਗੀਆਂ, ਯਾਨੀ ਕਿ ਪਾਵਰ ਆਫ ਪਾਰਲੀਮੈਂਟ, ਯਾਨੀ ਕਿ ਜਿਹੜੇ ਆਪਾਂ ਸਦਨ ਪੜ੍ਹੇ ਨੇ, ਲੋਕ ਸਭਾ ਅਤੇ ਰਾਜ ਸਭਾ, ਇਹਨਾਂ ਕੋਲ ਕਿਸ ਪ੍ਰਕਾਰ ਦੀਆਂ ਜਿਹੜੀਆਂ ਨੇ ਸ਼ਕਤੀਆਂ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਵਿਧਾਨਕ ਸ਼ਕਤੀਆਂ। ਇਹਨਾਂ ਕੋਲ ਕੀ ਸ਼ਕਤੀਆਂ ਨੇ ਵੀ ਜਿਹੜੇ ਇਹ ਸੰਸਦ ਦੇ ਜਿਹੜੇ ਸੰਘੀ ਅਤੇ ਸਮਵਰਤੀ ਸੂਚੀਆਂ ਵਿੱਚ ਅੰਕਿਤ ਵਿਸ਼ਿਆਂ ਦੇ ਉੱਤੇ, ਯਾਨੀ ਕਿ ਸਾਡੇ ਸੰਵਿਧਾਨ ਦੇ ਵਿੱਚ ਨਾ ਸੰਸਦ, ਸੰਘੀ ਅਤੇ ਸਮਵਰਤੀ ਸੂਚੀਆਂ ਲਿਖੀਆਂ ਹੋਈਆਂ ਨੇ, ਜਿਨ੍ਹਾਂ ਟੌਪਿਕਸ ਦੇ ਉੱਤੇ ਆਪਾਂ ਕੀ ਕਰਨਾ ਹੁੰਦਾ ਹੈ, ਕਾਨੂੰਨਾਂ ਦਾ ਨਿਰਮਾਣ ਕਰਨਾ ਹੁੰਦਾ ਹੈ। ਇਹ ਸਟੇਟ ਦੀਆਂ ਅਲੱਗ ਹੁੰਦੀਆਂ ਨੇ ਅਤੇ ਸੈਂਟਰ ਦੀਆਂ ਅਲੱਗ ਹੁੰਦੀਆਂ ਨੇ। ਤਾਂ ਜਿਹੜੀ ਸਾਡੀ ਸੰਸਦ ਹੈ ਉਹ ਕੀ ਕਰ ਸਕਦੀ ਹੈ, ਸਟੇਟ ਵਾਲਿਆਂ ਦੀ ਵੀ ਕਾਨੂੰਨ ਤਿਆਰ ਕਰ ਸਕਦੀ ਹੈ ਕਿਸੇ ਵਿਸ਼ੇਸ਼ ਹਾਲਾਤਾਂ ਦੇ ਵਿੱਚ। ਅਦਰਵਾਈਜ਼ ਉਹ ਕੀ ਕਰੇਗੀ, ਸੈਂਟਰ ਦੇ ਹੀ ਕਾਨੂੰਨ ਬਣਾਏਗੀ। ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਸੰਖੇਪ ਦੀ ਗੱਲ ਕਰੀਏ ਤਾਂ ਸੰਸਦ ਦਾ ਬੇਸਿਕਲੀ ਕੰਮ ਕੀ ਹੁੰਦਾ ਹੈ, ਕਾਨੂੰਨਾਂ ਨੂੰ ਬਣਾਉਣਾ, ਪੁਰਾਣੇ ਕਾਨੂੰਨਾਂ ਦੇ ਵਿੱਚ ਸੋਧ ਕਰਨਾ ਅਤੇ ਉਹਨਾਂ ਨੂੰ ਸਮਾਪਤ ਕਰਨਾ। ਫਿਰ ਆਉਂਦਾ ਹੈ ਕਾਰਜਕਾਰੀ ਸ਼ਕਤੀਆਂ। ਕਾਰਜਕਾਰੀ ਸ਼ਕਤੀਆਂ ਮਤਲਬ ਕੀ ਆਏਗਾ ਕਿ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਜਿਹੜੇ ਕਾਰਜਪਾਲਿਕਾ ਵਾਲੀਆਂ ਸ਼ਕਤੀਆਂ ਨੇ, ਉਹਨਾਂ ਨੂੰ ਨਿਯੰਤਰਣ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ ਜਿਹੜੇ ਨੇ, ਇਹਨਾਂ ਦੇ ਮੈਂਬਰ ਹੋਣਾ ਜ਼ਰੂਰੀ ਹੈ, ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਅਤੇ ਜਿਹੜੇ ਮੰਤਰੀ ਪਰਿਸ਼ਦ ਨੇ, ਇਹਨਾਂ ਦੇ ਮੈਂਬਰ ਹੋਣਗੇ ਤਾਂ ਉਹ ਸਹੀ ਢੰਗ ਨਾਲ ਇਹਨਾਂ ਤੋਂ ਕੰਮ ਕਰਵਾ ਸਕਦੇ ਨੇ। ਜੇਕਰ ਕੋਈ ਪਰਸਨ ਜਿਹੜਾ ਹੈ ਪਾਰਲੀਮੈਂਟ ਦਾ ਮੈਂਬਰ ਨਹੀਂ ਹੈ, ਪਰ ਉਹ ਪ੍ਰਧਾਨ ਮੰਤਰੀ ਹੈ ਜਾਂ ਫਿਰ ਮੰਤਰੀ ਹੈ, ਤਾਂ ਉਹਨੂੰ ਕੀ ਕਰਨਾ ਪਏਗਾ, 6 ਮਹੀਨਿਆਂ ਦੇ ਅੰਦਰ ਕਿਸੇ ਨਾ ਕਿਸੇ ਸਦਨ ਦਾ ਜਿਹੜਾ ਮੈਂਬਰ ਬਣਨਾ ਪਏਗਾ। ਅਦਰਵਾਈਜ਼ ਉਹਨੂੰ ਜਿਹੜਾ ਹੈ ਆਪਦੀ ਸੀਟ ਦੇ ਉੱਤੋਂ ਕੀ ਕਰਨਾ ਪਏਗਾ, ਤਿਆਗ ਪੱਤਰ ਦੇਣਾ ਪੈ ਸਕਦਾ ਹੈ। ਅਤੇ ਕਿਸੇ ਵੀ ਪ੍ਰਕਾਰ ਦੀ ਅਵਿਸ਼ਵਾਸ ਦੀ ਭਾਵਨਾਵਾਂ ਹੋਣ 'ਤੇ ਜਾਂ ਫਿਰ ਕਿਸੇ ਵੀ ਪ੍ਰਕਾਰ ਦੀ ਜਿਹੜੀ ਸਪਸ਼ਟੀਕਰਨ ਲੈਣ ਦੇ ਉੱਤੇ ਜਿਹੜੀ ਸੰਸਦ ਹੈ ਉਹ ਨਿਗਰਾਨੀ ਕਰ ਸਕਦੀ ਹੈ। ਉਸ ਤੋਂ ਬਾਅਦ ਆਉਂਦਾ ਹੈ ਵਿੱਤੀ ਸ਼ਕਤੀਆਂ। ਫਾਈਨੈਂਸ਼ੀਅਲ ਪਾਵਰ ਪਾਰਲੀਮੈਂਟ ਕੋਲ ਹੁੰਦੀਆਂ ਨੇ। ਕਿਸ ਪ੍ਰਕਾਰ ਦੀਆਂ, ਕਹਿੰਦੇ ਵਿੱਤੀ ਮਾਮਲਿਆਂ ਦੇ ਉੱਤੇ, ਜਿਵੇਂ ਬਜਟ ਨੂੰ ਪੇਸ਼ ਕਰਨਾ, ਬਜਟ ਨੂੰ ਸਹੀ ਢੰਗ ਨਾਲ ਚਲਾਉਣਾ, ਪੁਰਾਣੇ ਕਰਾਂ ਦੇ ਉੱਤੇ ਸੋਧ ਕਰਨੀ, ਨਵੇਂ ਕਰ ਪਾਉਣੇ, ਧਨ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਸਰਕਾਰੀ ਖਜ਼ਾਨੇ ਵਿੱਚੋਂ ਕਿਵੇਂ ਜਿਹੜਾ ਧਨ ਹੈ ਕੱਢਿਆ ਜਾ ਸਕਦਾ ਹੈ। ਤਾਂ ਉਹਨਾਂ ਸਾਰੇ ਪ੍ਰਕਾਰਾਂ ਨੂੰ ਆਪਾਂ ਕੀ ਬੋਲਦੇ ਹਾਂ, ਵਿੱਤੀ ਸ਼ਕਤੀਆਂ ਬੋਲਦੇ ਹਾਂ। ਇਹ ਵੀ ਸਾਡੇ ਕੋਲ ਕਿਹਦੇ ਕੋਲ ਹੁੰਦੀਆਂ ਨੇ, ਪਾਰਲੀਮੈਂਟ ਕੋਲ ਹੁੰਦੀਆਂ ਨੇ। ਫਿਰ ਆਉਂਦਾ ਹੈ ਜੁਡੀਸ਼ਰੀ ਪਾਵਰ। ਜੁਡੀਸ਼ੀਅਲ ਪਾਵਰ ਕੀ ਹੁੰਦੀਆਂ ਨੇ, ਮੰਨ ਲਓ ਸੰਸਦ ਦੇ ਵਿੱਚ ਰਾਸ਼ਟਰਪਤੀ ਹੈ। ਰਾਸ਼ਟਰਪਤੀ ਕੀ ਹੈ, ਕਾਰਜਪਾਲਿਕਾ ਦਾ ਮੇਨ ਹੈੱਡ ਹੈ। ਅਤੇ ਜੇਕਰ ਉਹ ਰਾਸ਼ਟਰਪਤੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਤਾਂ ਉਹਨੂੰ ਜਿਹੜਾ ਹੈ ਇੰਪੀਚਮੈਂਟ ਕੀਤੀ ਜਾ ਸਕਦੀ ਹੈ, ਯਾਨੀ ਕਿ ਉਹਦੇ 'ਤੇ ਮਹਾਂਦੋਸ਼ ਦਾ ਮੁਕੱਦਮਾ ਲਾ ਕੇ ਉਹਨੂੰ ਉਹਦੀ ਸੀਟ ਤੋਂ ਹਟਾਇਆ ਜਾ ਸਕਦਾ ਹੈ, ਜੇਕਰ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਹਦੇ ਵਿੱਚ ਕੀ ਹੁੰਦਾ ਹੈ, ਮੰਨ ਲਓ ਲੋਕ ਸਭਾ ਦੇ ਵਿੱਚ ਇਹ ਜਿਹੜੀ ਇੰਪੀਚਮੈਂਟ ਲੱਗੀ ਤਾਂ ਰਾਜ ਸਭਾ ਇਹਦੀ ਚੈਕਿੰਗ ਕਰੇਗੀ, ਅਤੇ ਜੇ ਰਾਜ ਸਭਾ ਵਿੱਚ ਲੱਗੀ ਤਾਂ ਲੋਕ ਸਭਾ ਇਹਦੀ ਚੈਕਿੰਗ ਕਰੇਗੀ। ਜੇਕਰ ਸੰਸਦ ਦੇ ਦੋਨੋਂ ਸਦਨ ਆਪਣੇ ਅਲੱਗ-ਅਲੱਗ ਮਤਿਆਂ ਦੁਆਰਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਾਂ ਦਾ ਵੀ ਕੀ ਕਰ ਸਕਦੀ ਹੈ, ਮਤੇ ਪਾਸ ਕਰ ਦੇਣ ਤਾਂ ਰਾਸ਼ਟਰਪਤੀ ਜੱਜਾਂ ਨੂੰ ਹਟਾਉਣ ਦਾ ਆਦੇਸ਼ ਜਾਰੀ ਕਰ ਸਕਦਾ ਹੈ। ਯਾਨੀ ਕਿ ਜਿਹੜੇ ਇਹਦੇ ਵਿੱਚ ਰਹਿ ਰਹੇ ਲੋਕ ਸਭਾ ਅਤੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜਾ ਸਾਡਾ ਹਾਈ ਕੋਰਟ ਦਾ ਜੱਜ ਹੈ ਜਾਂ ਫਿਰ ਸੁਪਰੀਮ ਕੋਰਟ ਦਾ ਜੱਜ ਹੈ, ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਅਤੇ ਫੈਸਲਾ ਸਹੀ ਢੰਗ ਨਾਲ ਨਹੀਂ ਦੇ ਰਹੇ, ਤਾਂ ਉਹਨਾਂ ਦੇ ਵਿਰੁੱਧ ਵੀ ਇਹ ਕੀ ਕਰ ਸਕਦੇ ਨੇ, ਕਾਰਵਾਈ ਕਰ ਸਕਦੇ ਨੇ। ਅਤੇ ਆਪਾਂ ਨੂੰ ਪਤਾ ਹੈ ਲੋਕ ਸਭਾ ਅਤੇ ਰਾਜ ਸਭਾ ਕਿਹਦੇ ਕੋਲ ਹੈ, ਵਿਧਾਨ ਪਾਲਿਕਾ ਦੇ ਵਿੱਚ ਆਉਂਦਾ ਹੈ। ਅਤੇ ਕਿਹਦਾ ਪਾਰਟ ਹੈ, ਪਾਰਲੀਮੈਂਟ ਦਾ ਪਾਰਟ ਹੈ, ਯਾਨੀ ਕਿ ਸੰਸਦ ਦਾ ਪਾਰਟ ਹੈ। ਇਹਦੇ ਵਿੱਚ ਅੱਗੇ ਗੱਲ ਕਰੀਏ ਤਾਂ ਜੇਕਰ ਸੰਸਦ ਵਿੱਚ ਮੁੱਖ ਚੋਣ ਕਮਿਸ਼ਨਰ, ਅਟਾਰਨੀ ਜਨਰਲ, ਕੰਪਟਰੋਲਰ, ਆਡੀਟਰ ਜਨਰਲ, ਇਸ ਤਰ੍ਹਾਂ ਦੇ ਪਰਸਨਾਂ 'ਤੇ ਵੀ ਮਤਾ ਪਾਸ ਕਰਕੇ ਇਹਨਾਂ ਨੂੰ ਹਟਵਾਉਣ ਦੇ ਹੁਕਮ ਜਿਹੜੇ ਆ ਜਾਰੀ ਕਰਵਾ ਸਕਦੀ ਹੈ। ਫਿਰ ਇਹਦਾ ਮੇਨ ਕੰਮ ਆਉਂਦਾ ਹੈ ਸੰਸਦ ਦਾ ਕਿਹੜਾ, ਵਿਧਾਨਕ ਵਿਧੀ, ਯਾਨੀ ਕਿ ਪ੍ਰੋਡਿਊਸ ਦਾ ਲਾ ਆਫ ਮੇਕਿੰਗ, ਯਾਨੀ ਕਿ ਸਾਡਾ ਜਿਹੜਾ ਲਾਅ ਹੈ ਉਹ ਕਿਵੇਂ ਬਣਦਾ ਹੈ। ਹੁਣ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣਾ। ਇਹਦੇ ਵਿੱਚ ਕੀ ਹੈ, ਕਹਿੰਦੇ ਬਿੱਲ ਜਿਹੜੇ ਨੇ ਨਾ 2 ਪ੍ਰਕਾਰ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਆਉਂਦਾ ਹੈ ਸਧਾਰਨ ਬਿੱਲ, ਫਿਰ ਦੂਸਰੇ ਤਰਫ 'ਤੇ ਆਉਂਦਾ ਹੈ ਵਿੱਤੀ ਬਿੱਲ, ਯਾਨੀ ਕਿ ਇਹਨੂੰ ਆਪਾਂ ਕੀ ਬੋਲਦੇ ਹਾਂ, ਆਰਡੀਨਰੀ ਬਿੱਲ। ਸਧਾਰਨ ਬਿੱਲ ਦਾ ਦੂਸਰਾ ਨਾਮ ਕੀ ਹੈ, ਆਰਡੀਨਰੀ ਬਿੱਲ।
चीज़ों ना चंगे तरीके दे नाल सुनते जाना। तो जे वीडियो तुहानूं पसंद आए तो इनू लाइक ज़रूर करना, शेयर करना, क्योंकि पूरा का पूरा कंटेंट मैं तुहानूं जिहड़ा फ्री ऑफ कॉस्ट प्रोवाइड करवा रही हाँ। तो ये कंटेंट जिहड़ा है इन्ना क डैप्थ दे विच करवा रही हाँ, भावें तुसीं ETT कैडर दे लई इहदी तैयारी कर जाओ तां भी काफ़ी होएगा। ठीक है, तो आप शुरू करते हैं। आप डिस्कस कर रहे थे कि जोड़ा बिल है वो 2 प्रकार का होंदा है, सधारण बिल तो वित्ती बिल। यानी कि मैं इत्थे पहला दस ही दिनी हाँ तुहानूं, जोड़ा बिल है वो 2 टाइप्स का होएगा। सब तो पहला गल करिए तो इत्थे अपने कोल आंदा है ऑर्डनरी बिल, ऑर्डनरी बिल, तो फिर आंदा है मनी बिल। जोड़ा ऑर्डनरी बिल हुंदा है, मनी बिल, जोड़ा ऑर्डनरी बिल हुंदा है उहदे विच आपां गल करांगे उहदा प्रोसीजर अलग होएगा, मनी बिल का प्रोसीजर अलग होएगा। मनी बिल दे विच आपां धन संबंधी जिहड़े खर्चे ने सरकार दे, टैक्सिस ने, उन्हां ते सोध करना, इन्हां नूं ऐड करदे हाँ। तो जिहड़ा सधारण बिल हुंदा है इहदे विच जिहड़ी मनी का कोई भी रिलेशन नहीं हुंदा, यानी कि मनी नाल जुड़िया होया नहीं है। ये 2 बिल अलग अलग होने करके इन्हां दे पास होने का प्रोसीजर जिहड़ा है वो भी अलग अलग है। ਇਹਦੇ ਵਿੱਚ ਹੋਰ इंपॉर्टेंट जी चीज़ याद रखने वाली है, तो मनी बिल का जोड़ा आर्टिकल है वो कितना है 110 है। यानी कि मनी बिल बारे जिन्ना भी प्रोसीजर है वो सारा किहदे च लिखा होया है, आर्टिकल नंबर 110 च दिता होया है। ऑर्डनरी बिल ਦਾ ਜਿਹੜਾ आर्टिकल है दैट इज़ 107 है, ये भी सारा जोड़ा है इन डिटेल दिता होया है। अगे गल करिए तो 108 एक ही होएगा। ऑर्डनरी बिल दे विच आपां लोक सभा ते राज्य सभा की की करवाने हाँ, जॉइंट सिटिंग करवाने हाँ, उहदा आर्टिकल किहड़ा है 108 है। ये आर्टिकल तुहानूं याद रखने जरूरी हैं, है ना। वैसे तो बुक दे विच नहीं दिते हुए, पर 10th लैवल दे विच कदे कदे वो तुहानूं आर्टिकल जिहड़े है पूछ सकते हैं। बेसिकली तुहानूं जिहड़े चंगी तरह पता होण तो फंडामेंटल राइट्स प्रॉपर पता होण, इन्हां नूं तुसीं जिहड़ा है 1-2 बार रीड कर सकते हो ताकि तुहाडे दिमाग दे विच एक बार वो सैट हो जाए, ताकि तुहानूं अगर पेपर दे विच क्वेश्चन आवे भी तो तुसीं भुल्लो ना। तो सब तो पहला आप गल करते हाँ ऑर्डनरी बिल की। हुण ऑर्डनरी बिल की हुंदा है, देखो बिल आया, बिल किसी भी सदन दे विच पेश हो सकता है इन द केस ऑफ ऑर्डनरी बिल। भावें तो लोक सभा दे विच पेश करवा लो, चाहे तुसी राज्य सभा दे विच करवा लो। हुण इहदे विच सब तो पहला स्टैप की हुंदा है, स्टैप नंबर 1 है कि भी इन्हां ये मान लो गए लोक सभा दे कोल, लोक सभा कोल जाना, लोक सभा ने क्या जी बिल आया है, उन्हें चैक किया भी इनू एक्सैप्ट करना है या नहीं करना, उन्होंने एक्सैप्ट कर लिया। हुण एक्सैप्ट करन तो बाद वो की करनगे, इस तो बाद बिल जिहड़ा है सदना दे विच पेश होएगा। यानी कि पहला पार्लीमेंट दे विच बिल आया, बिल एक्सैप्ट होया, उस तो बाद की होएगा इहदे विच इस सदन च चला गया। यानी कि इन्हां ने की कर लिया, एक्सैप्ट करन तो बाद इहदे दे उत्ते की कीती, डिस्कशन की, इन्हां ने एक चेयर टेबल लगा लिया, इत्थे प्रॉपर जिहड़े चेयर्स लगा के बैठ गए, उपर इन्हां ने बिल दे उत्ते बिल दीयां जिन्नियां भी चेंजिस करन वालियां सीगियां सारियां इन्हां ने चेंजिस कर लिया। फिर चेंजिस करन तो बाद इन्हां ने की कीता, इन्हां ने दे दिता राज्य सभा नूं। यही बिल किहदे कोल पहुँच गया, राज्य सभा कोल पहुँच गया। राज्य सभा ने भी आपकी चेयर टेबल लगा के की कर लिया, चैकिंग कर ली। हुण इन्हां कोल चैकिंग करन दा टाइम कितना हुंदा है, इस गल का ध्यान रखना। हुण इहदे विच की है कि जिहड़ा ऑर्डनरी बिल हुंदा है इन्हां नूं 6 महीनों का टाइम दिता जाता है। यानी कि इहदे मान लो भावें बिल इन्हां कोल पहलां आ जाए तो फिर ये 6 महीने का टाइम लैणगे, अगर लोक सभा कोल टाइम आ गया तो फिर ये भी जिहड़ा है 6 मंथ का जिहड़ा है टाइम जिहड़ा रखणगे। हुण 6 महीनों के अंदर अंदर इन्हां ने भी की करना है, प्रॉपर चैकिंग करनी है। हुण इन्हां ने कहा भी साडे वल्लों तां की है पास है जी, तुसीं लै लो। हुण इन्हां ने 6 महीनों वास्ते की लिया, चैक किया वापस, इन्हां ने भी कहता पास है। जे इन्हां दोनों ने कह दिता पास है तो बिल किहदे कोल चला जाएगा, अपने राष्ट्रपति कोल चला गया। हुण अपने जिहड़े राष्ट्रपति ने वो की करनगे, वो इहदे उत्ते सिग्नेचर करनगे ते ये सिग्नेचर करके इस बिल नूं की बना देणगे, कानून बना देणगे। हुण मान लो भी इन्हां दोनों की आपस विच कोई भी जिहड़ी है गलबात नहीं बनी, इन्हां ने तो क्या बिल पास है, ये कहंदे बिल जी पास नहीं हो सकता इन द केस ऑफ ऑर्डनरी बिल। मैं सिर्फ हले ऑर्डनरी बिल करवा रही हाँ, ਇਹਦੇ ਵਿੱਚ ਇਹ ਤਾਂ ਪਾਸ ਨੇ ਜੀ, ਇਹ ਕਹਿੰਦੇ नहीं पास है। फिर राष्ट्रपति की करेगा, इन्हां नूं भेजेगा सम्मन। सम्मन भेजन तो बाद वो की कहेगा भी तुसीं आओ, आ वाला टेबल मैं तुहाडे दोनों वास्ते लगाया है, एक जना लोक सभा जिहड़े एक परसन इधर लोक सभा वाले बह जाओ, इधर राज्य सभा वाले बह जाओ, दोनों की करो इकट्ठी डिस्कशन कर लो। फिर उस तो बाद मैनूं दसो कि बिल जिहड़ा है किस तरीके का है, किवें है, इहदे ते बहस हो सकती है या नहीं हो सकती, किवें बिल जिहड़ा है पास होएगा, किवें नहीं होएगा। ठीक है, फिर उस तो बाद जदों इन्हां दोनों की रजामंदी हो जाती है, फिर राष्ट्रपति की कर दिंदा है, सिग्नेचर कर दिंदा है।
ਕਲੀਅਰ। ਸਿਰਫ ਇਹਨਾਂ ਦੇ ਕੇਸ ਦੇ ਵਿੱਚ ਹੀ ਯਾਨੀ ਕਿ ਆਰਡੀਨਰੀ ਬਿੱਲ ਦੇ ਕੇਸ ਦੇ ਵਿੱਚ ਹੀ ਕੀ ਹੋਏਗਾ, ਜੁਆਇੰਟ ਸਿਟਿੰਗ ਹੋਏਗੀ। ਜੁਆਇੰਟ ਸਿਟਿੰਗ ਦਾ ਜਿਹੜਾ ਆਰਟੀਕਲ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ, ਦੈਟ ਇਜ਼ 108 ਆਰਟੀਕਲ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ कि ਜਿਹੜਾ किन्ने वार ਜਿਹੜਾ है मतलब ਆਪਾਂ इस तरह किया है यानी कि जॉइंट सिटिंग की है, तो हाले तक 3 बार जी जॉइंट सिटिंग हो चुकी है। 1961, फिर 1978, फिर 2002 ਦੇ ਵਿੱਚ, यानी कि 3 बार ही ये सांझी बैठक हो चुकी है। उस तो बाद आप गल करते हैं कितने कदों कदों हुई है तो किहड़े बिल दे विच हुई है। वैसे इन्ना इंपॉर्टेंट नहीं है बट ETT कैडर वाले ने भी ये वीडियो सुननी है तो उन्होंने मैं ऐड कर रही हाँ, तुसीं याद जरूर रख लियो, सुन लो, हो सकता है काम आ जाए। 1961 दे विच, 1978 दे विच ते फिर उस तो बाद 2002 दे विच। 1961 का जिहड़ा बिल सीगा वो सीगा डॉरी बिल, जिहदे उत्ते 108 आर्टिकल के अकॉर्डिंग इन्होंने जॉइंट सिटिंग की सीगी। उस तो बाद सैकेंड सीगा जिहड़ा 1978 दे विच बैंकिंग सर्विसिज दा, बैंकिंग सर्विसिज बिल। फिर आंदा है 2002 दे विच एंटी टैररिज्म बिल, एंटी टैररिज्म बिल। ठीक है जी। ये की आंदा है एंटी टैररिज्म बिल है। इन्हां तिन्नां बिलों के उत्ते की हुई सीगी अपने कोल जॉइंट सिटिंग हुई सीगी। हुण मैं तुहानूं दस्सिया सीगा कि जॉइंट सिटिंग के लिए समन कौन भेजदा है, समन भेजदा है राष्ट्रपति। भी तुसीं आओ ते बैठो ते की करो, डिस्कशन करो। परंतु डिस्कशन नूं सुनदा कौन है, यानी कि प्रिजाइड कौन करता है, प्रिजाइडिड बाय स्पीकर। स्पीकर भी किहदा, लोक सभा का। ठीक है जी, ये भी याद रखना है। ये सीगा सारा ऑर्डनरी बिल का। हुण अगे चलते हाँ आपां मनी बिल ते। मनी बिल की गल करिए तो सधारण संविधान दे विच जिहड़ा ना बिल नूं पास करने के लिए अलग विधि है। मनी बिल के केस विच की होएगा, मनी बिल के केस विच सब तो पहला जिहड़ा है बिल किहदे कोल जाएगा, लोक सभा कोल जाएगा। यानी कि लोक सभा के जिहड़े स्पीकर ने वो की करनगे, पहला बिल नूं वेखणगे, यानी कि आ बिल है जी, तो ये बिल किहदे कोल गया, लोक सभा के स्पीकर को चला गया। इस स्पीकर ने की किया, जिहड़े प्रेजिडेंट सीगे उन्हां नूं दस्सिया, जिहड़े साडे प्रधान राष्ट्रपति ने, राष्ट्रपति जी ने उन्होंने दस्सिया कि भी स्पीकर जिहड़े लोक सभा के स्पीकर ने उन्होंने कहा भी राष्ट्रपति जी ये जिहड़ा बिल आया ना वो मनी बिल है। यानी कि पहला तो इन्हें डिसाइड किया कि बिल मनी बिल है या ऑर्डनरी बिल है। तो मनी बिल के केस दे विच की होया भी इन्होंने कहा भी जिहड़ा मनी बिल आया है आन दईए या ना आन दईए। तो राष्ट्रपति जी ने कहा भी जी बिल तो आन दिओ, कोई गल नहीं। हुण ये की करनगे, उस मनी बिल के उत्ते बैठ के की करती इन्होंने टेबल लगा के डिस्कशन कर दी। हुण डिस्कशन करने तो बाद इन्होंने कहा जी बिल तो की है पास है। हुण ये बिल किहदे कोल जाएगा, बिल जाएगा राज्य सभा कोल। राज्य सभा वालियां कोल ना इस टाइम दे विच यानी कि इन द केस ऑफ मनी बिल कोई पावर नहीं होती। पावर कहने तो भाव की है कि भी ये ज़्यादा उहदे ते डिस्कशन नहीं करते। इन्हां नूं 14 दिन का टाइम दिता जाता है तो ये सिर्फ इहदे ते की करते हैं, सलाह देंदे ने लोक सभा नूं। भी लोक सभा नूं ये कहते हैं भी तुसीं आ थोड़ा जिहा चेंज कर लो। सलाह मननी या ना मननी वो लोक सभा का काम हुंदा है। फिर उस तो बाद लोक सभा की करेगी, राष्ट्रपति नूं बिल दे देगी तो उस बिल के उत्ते राष्ट्रपति जी की कर देंगे, साइन कर देंगे। क्यों साइन कर देंगे, क्योंकि उन्होंने पता है भी किहड़ा बिल आया सीगा, मनी बिल आया सी ते मेरी जिहड़ी की चली है सिफारिश चली है। तो जिस बंदे की सिफारिश चली होगी उन्हें तो साइन करने ही होंगे। तो ये की है भी वो साइन कर देंगे ने। क्लीयर। तो 14 डेज़ का ये दिता जाता है। तो ये कोई भी जी है जॉइंट सिटिंग नहीं होंगी, यानी कि ये किसी भी प्रकार की जॉइंट सिटिंग होने के कोई भी चांस जोड़े है नहीं है। क्लीयर है जी। उम्मीद करती हैं ये भी चीज़ तुहानूं जिहड़ी है समझ आई होएगी। अगर तुहानूं समझ आया है तो वीडियो नूं लाइक करियो, चैनल ते नवे हो तो सबसक्राइब करियो। तो उस तो बाद अगर तुहानूं लगता है कि भी ये कंटेंट जिहड़ा है बाकी बच्चों तक भी पहुँचना चाहिए है तो ज़रूर इनू जिहड़ा है तुसीं बाकी बच्चों तक भी पहुँचाइए। ठीक है। अगे गल करते हाँ यूनियन एग्जीक्यूटिव की गल करिए तो संसदीय लोकतंत्र जिहड़ी है सरकार है। संसदीय सरकार दे विच कार्यपालिका के 2 भाग होंदे हैं। यानी कि हुण आपां उपर किहड़े पढ़े हैं, सिर्फ हाले तक आपां पढ़िया सीगा विधान पालिका। हुण आपां की पढ़न जा रहे हाँ, कार्यपालिका पढ़न जा रहे हैं।
ਕਾਰਜਪਾਲਿਕਾ ਦੇ ਵਿੱਚ ਆਪਾਂ 3 ਪਰਸਨਸ ਨੂੰ ਪੜ੍ਹਾਂਗੇ, ਰਾਸ਼ਟਰਪਤੀ ਜੀ ਨੂੰ ਪੜ੍ਹਾਂਗੇ, ਫਿਰ ਆਪਾਂ ਮੰਤਰੀ ਪਰਿਸ਼ਦ ਨੂੰ ਪੜ੍ਹਾਂਗੇ ਤੇ ਫਿਰ ਆਪਾਂ ਨਾਲ ਪੜ੍ਹਾਂਗੇ ਆਪਾਂ ਪ੍ਰਧਾਨ ਮੰਤਰੀ ਜੀ ਨੂੰ। ਤਾਂ ਇਹਨਾਂ ਨੂੰ ਆਪਾਂ ਇਨ ਡਿਟੇਲ ਡਿਸਕਸ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਫਿਰ ਵੀ ਇੱਕ ਵਾਰ ਜਿਹੜਾ ਹੈ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੈ, ਤੁਸੀਂ ਰਿਕਾਰਡਿੰਗ ਸੁਣ ਰਹੇ ਹੋ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਤੇ ਆਪਣੇ ਵੈਲਿਊਏਬਲ ਕਮੈਂਟ ਜ਼ਰੂਰ ਲਿਖਿਓ ਤਾਂ ਕਿ ਮੈਨੂੰ ਅਗਰ ਵੀਡੀਓਜ਼ ਦੇ ਵਿੱਚ ਕੁਝ ਚੇਂਜਿਸ ਕਰਨਾ ਹੈ ਤਾਂ ਉਹ ਚੇਂਜਿਸ ਕਰਨ ਦੇ ਲਈ ਮੈਂ ਉਹਦੇ 'ਤੇ ਸੋਚ ਸਕਾਂ ਕਿ ਇਹ ਚੇਂਜਿਸ ਜਿਹੜੇ ਆ ਕਰਨੇ ਚਾਹੀਦੇ ਆ ਜਾਂ ਨਹੀਂ ਕਰਨੇ ਚਾਹੀਦੇ। ਤੁਸੀਂ ਆਪਦੀ ਸੁਜੈਸ਼ਨ ਜ਼ਰੂਰ ਦੇਣਾ, ਠੀਕ ਹੈ ਜੀ। ਸ਼ੁਰੂ ਕਰਦੇ ਹਾਂ। ਭਾਰਤ ਦੇ ਰਾਸ਼ਟਰਪਤੀ ਜਿਹੜੇ ਸਾਡੇ ਸਰਕਾਰ ਦੇ ਜਿੰਨੇ ਵੀ ਫੈਸਲੇ ਨੇ ਉਹ ਕੌਣ ਲੈਂਦਾ ਹੈ? ਰਾਸ਼ਟਰਪਤੀ ਦੇ ਨਾਮ 'ਤੇ ਜਾਰੀ ਕੀਤੇ ਜਾਂਦੇ ਹਨ, ਯਾਨੀ ਕਿ ਕੋਈ ਵੀ ਬਿੱਲ ਜਿਹੜਾ ਬਣਦਾ ਹੈ ਉਹ ਰਾਸ਼ਟਰਪਤੀ ਦੇ ਨਾਮ 'ਤੇ ਸਾਈਨ ਹੁੰਦਾ ਹੈ ਤੇ ਆਪਾਂ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਨੇ ਕੀ ਹੈ ਸ਼ਕਤੀਆਂ ਸੌਂਪੀਆਂ ਹੋਈਆਂ ਨੇ। ਰਾਸ਼ਟਰਪਤੀ ਇਹਨਾਂ ਦੀ ਜਿਹੜੀ ਸ਼ਕਤੀਆਂ ਦੀ ਵਰਤੋਂ ਹੈ ਉਹ ਮੰਤਰੀ ਪਰਿਸ਼ਦ ਦੀ ਸਲਾਹ ਦੇ ਨਾਲ ਕਰਦਾ ਹੈ, ਕਿਉਂਕਿ ਮੰਤਰੀ ਪਰਿਸ਼ਦ ਜਿਹੜੇ ਨੇ ਉਹ ਗਰਾਊਂਡ ਲੈਵਲ ਦੇ ਉੱਤੇ ਜੁੜੇ ਹੋਏ ਹੁੰਦੇ ਨੇ। ਰਾਸ਼ਟਰਪਤੀ ਕੇਵਲ ਕੀ ਕਰਦਾ ਹੈ? ਉਹਨਾਂ ਚੀਜ਼ਾਂ 'ਤੇ ਹਸਤਾਖਰ ਕਰਦਾ ਹੈ ਕਿ ਵੀ ਠੀਕ ਹੈ ਤੁਸੀਂ ਸੋਚਿਆ ਹੈ ਤਾਂ ਇਹ ਸਹੀ ਹੋਏਗਾ ਕਿਉਂਕਿ ਤੁਸੀਂ ਉਹਨਾਂ ਨਾਲ ਜੁੜੇ ਹੋਏ ਹੋ। ਸੰਖੇਪ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡਾ ਭਾਰਤ ਦਾ ਰਾਸ਼ਟਰਪਤੀ ਹੈ ਉਹ ਕੇਵਲ ਤੇ ਕੇਵਲ ਜਿਹੜਾ ਹੈ ਕੀ ਹੈ ਸੰਵਿਧਾਨ ਕਾਰਜਪਾਲਿਕਾ ਦਾ ਸੰਵਿਧਾਨਕ ਮੁਖੀ ਹੈ, ਜਦ ਕਿ ਪ੍ਰਧਾਨ ਮੰਤਰੀ ਸਮੇਤ ਜਿਹੜੇ ਮੰਤਰੀ ਪਰਿਸ਼ਦ ਨੇ ਉਹ ਕੀ ਨੇ? ਵਾਸਤਵਿਕ ਕਾਰਜਪਾਲਿਕਾ ਵਾਲੇ ਪਰਸਨ ਨੇ, ਯਾਨੀ ਕਿ ਇਹ ਵਾਸਤਵ ਦੇ ਵਿੱਚ ਕੰਮ ਕਰਦੇ ਨੇ ਪਰੰਤੂ ਇਹ ਸੰਵਿਧਾਨਕ ਤੌਰ 'ਤੇ ਮੁਖੀ ਹੈਗਾ ਹੈ, ਯਾਨੀ ਕਿ ਇਹਨੂੰ ਬੋਲਦੇ ਆਪਾਂ ਨਾ ਮਾਤਰ ਦਾ ਮੁਖੀ ਹੈ। ਹੁਣ ਇਹਨਾਂ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ? ਉਹ ਅਪ੍ਰਤੱਖ ਢੰਗ ਨਾਲ ਹੁੰਦੀਆਂ ਨੇ। ਹੁਣ ਤੁਹਾਨੂੰ ਪਤਾ ਹੋਏਗਾ ਕਿ ਵੀ ਆਪਣੇ ਜਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਉਹ ਦ੍ਰੋਪਦੀ ਮੁਰਮੂ ਜੀ ਨੇ, ਤਾਂ ਦ੍ਰੋਪਦੀ ਮੁਰਮੂ ਜੀ ਨੂੰ ਆਪਾਂ ਖੁਦ ਨਹੀਂ ਚੁਣਿਆ ਹੈਗਾ। ਇਹਦੇ ਵਿੱਚ ਕੀ ਹੋਇਆ ਕਿ ਆਪਾਂ ਜਿਹੜੇ ਰਿਪਰੈਜ਼ੈਂਟੇਟਿਵ ਚੁਣੇ ਸੀਗੇ ਉਹਨਾਂ ਨੇ ਜਾ ਕੇ ਅੱਗੇ ਵੋਟਸ ਪਾਈਆਂ ਜਿਨ੍ਹਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਚੂਜ਼ ਕੀਤਾ ਗਿਆ। ਤਾਂ ਅਪ੍ਰਤੱਖ ਚੋਣਾਂ ਜਿਹੜੀਆਂ ਨੇ ਇਹਨਾਂ ਦੀਆਂ ਹੁੰਦੀਆਂ ਨੇ। ਇਹਨਾਂ ਦੇ ਵਿੱਚ ਇਹ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹੈ, 35 ਸਾਲ ਇਹਨਾਂ ਦੀ ਉਮਰ ਹੋਣੀ ਚਾਹੀਦੀ ਹੈ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਕਿਸੇ ਵੀ ਸਰਕਾਰੀ ਅਹੁਦੇ 'ਤੇ ਨਹੀਂ ਹੋਣੇ ਚਾਹੀਦੇ ਤੇ ਲੋਕ ਸਭਾ ਦੇ ਮੈਂਬਰ ਬਣਨ ਦੀ ਯੋਗਤਾ ਰੱਖਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਇਹ ਪਰਸਨ ਹੋਣੇ ਚਾਹੀਦੇ ਨੇ। ਚੋਣ ਮੰਡਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ? ਇਹਨਾਂ ਦੇ ਲਈ ਵੀ ਇੱਕ ਚੋਣ ਮੰਡਲ ਤਿਆਰ ਕੀਤਾ ਜਾਂਦਾ ਹੈ। ਚੋਣ ਮੰਡਲ ਦੇ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਤੇ ਰਾਜ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਜਿਹੜੇ ਸ਼ਾਮਿਲ ਹੁੰਦੇ ਨੇ ਤੇ ਸੰਸਦ ਦੇ ਇੱਕ ਮੈਂਬਰ ਅਤੇ ਵਿਧਾਨ ਸਭਾ ਦੇ ਇੱਕ ਮੈਂਬਰਾਂ ਦੀਆਂ ਵੋਟਾਂ ਦੀਆਂ ਸੰਖਿਆਵਾਂ ਸੰਵਿਧਾਨ ਦੁਆਰਾ ਨਿਸ਼ਚਿਤ ਫਾਰਮੂਲੇ ਨਾਲ ਤੈਅ ਕੀਤੀਆਂ ਜਾਂਦੀਆਂ। ਬੇਸਿਕਲੀ ਆਪਾਂ ਇਹ ਯਾਦ ਰੱਖਣਾ ਹੈ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਜਿਹੜੀ ਵੋਟਾਂ ਪੈਂਦੀਆਂ ਨੇ, ਜਦੋਂ ਉਹਨਾਂ ਦੀਆਂ ਵੋਟਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਕੌਣ ਐਂਟਰ ਹੁੰਦਾ ਹੈ, ਉਹਦੇ ਵਿੱਚ ਕੌਣ ਪਰਸਨ ਜਿਹੜਾ ਹੈ ਵੋਟਾਂ ਪਾਉਣ ਆਉਂਦਾ ਹੈ। ਤਾਂ ਇਹਦੇ ਵਿੱਚ ਆਪਾਂ ਯਾਦ ਰੱਖਣਾ ਹੈ ਕਿ ਇਹਦੇ ਵਿੱਚ ਜਿਹੜੇ ਨੇ ਇਲੈਕਟਿਡ ਬਾਏ MP, ਯਾਨੀ ਕਿ ਜਿਹੜੇ ਪ੍ਰੈਜ਼ੀਡੈਂਟ ਨੇ, ਯਾਦ ਰੱਖਿਓ ਜਿਹੜੇ ਸਾਡੇ ਪ੍ਰੈਜ਼ੀਡੈਂਟ ਜੀ ਨੇ ਉਹ ਕਿਵੇਂ ਇਲੈਕਟ ਹੁੰਦੇ ਨੇ? ਇਲੈਕਟਿਡ ਬਾਏ MP, elected by MLA, elected by MLA, फिर आगे आता है elected member of दिल्ली, पुडुचेरी, ਐਂਡ ਜੰਮੂ ਐਂਡ ਕਸ਼ਮੀਰ। ਠੀਕ ਹੈ ਜੀ। ਇਹਨਾਂ ਤਿੰਨਾਂ UTs ਤੋਂ ਜਿਹੜਾ ਹੈ ਪਰਸਨ ਆਉਂਦੇ ਹਨ ਤੇ ਇਹਨਾਂ ਦਾ ਜਿਹੜਾ ਮੈਥਡ ਹੈ ਉਹ ਸਿੰਗਲ ਟਰਾਂਸਫਰੇਬਲ ਮੋਡ ਹੈ ਤੇ ਇਸ ਤੋਂ ਇਲਾਵਾ ਸੀਕ੍ਰੇਟ ਬੈਲਟ ਪੇਪਰ ਦੇ ਉੱਤੇ ਜਿਹੜਾ ਹੈ ਇਹਨਾਂ ਦੀਆਂ ਵੋਟਸ ਪਾਈਆਂ ਜਾਂਦੀਆਂ ਨੇ ਤੇ ਇਹਨਾਂ ਦਾ ਜਿਹੜਾ ਕਾਰਜਕਾਲ ਹੈ, ਯਾਨੀ ਕਿ ਰਾਸ਼ਟਰਪਤੀ ਜੀ ਨੇ ਉਹ 5 ਸਾਲ ਤੱਕ ਕਾਰਜ ਕਰਦੇ ਨੇ ਕਿ ਇੱਕ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਜਿੰਨੀ ਵਾਰ ਚਾਹਣ ਉਨੀ ਵਾਰੀ ਰਾਸ਼ਟਰਪਤੀ ਬਣ ਸਕਦੇ ਨੇ ਤੇ ਇਹਨਾਂ ਨੂੰ ਹਟਾਇਆ ਵੀ ਜਾ ਸਕਦਾ ਹੈ, ਯਾਨੀ ਕਿ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ 5 ਸਾਲ ਕਾਰਜ ਜਿਹੜਾ ਚੱਲੇਗਾ ਹੀ ਚੱਲੇਗਾ, 5 ਸਾਲ ਤੋਂ ਪਹਿਲਾਂ ਵੀ ਇਹਨਾਂ ਨੂੰ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ ਦੀ ਜਿਹੜੀ ਤਨਖਾਹ ਹੈ ਉਹ ਕਿੰਨੀ ਹੈ? 5 ਲੱਖ ਰੁਪਏ ਹੈ ਤੇ ਇਹਨਾਂ ਨੂੰ ਰਿਹਾਇਸ਼ੀ ਜਿਹੜਾ ਹੈ ਰਾਸ਼ਟਰਪਤੀ ਭਵਨ ਮਿਲਦਾ ਹੈ ਜਿੱਥੇ ਜਾ ਕੇ ਇਹ ਰਹਿੰਦੇ ਨੇ। ਸੇਵਾ ਮੁਕਤ ਹੋਣ ਤੇ ਇਹਨਾਂ ਨੂੰ ਰਿਟਾਇਰਡ ਹੋਣ ਮਗਰੋਂ ਕੁਝ ਜਿਹੜੀਆਂ ਨੇ ਪੈਨਸ਼ਨਾਂ ਵੀ ਮਿਲਦੀਆਂ ਰਹਿੰਦੀਆਂ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਉਹ ਅਗਰ ਓਥ ਲੈਂਦੇ ਨੇ ਤਾਂ ਉਹਨਾਂ ਦਾ ਜਿਹੜਾ ਓਥ ਬਾਰੇ ਲਿਖਿਆ ਹੈ ਉਹ ਆਰਟੀਕਲ ਨੰਬਰ 60 ਦੇ ਵਿੱਚ ਲਿਖਿਆ ਹੈ।
उस तो बाद जेकर उन्होंने हटाना है यानी कि उन्होंने इंपीचमेंट करनी है, उन्होंने अहुदे तो हटाना है, तो वो किहड़े आएगा आर्टिकल नंबर 61 दे विच आएगा। प्रेजिडेंट जिहड़ा रिज़ाइन है यानी कि अस्तीफा है, अस्तीफा किनू दिंदे हन, ये वाइस प्रेजिडेंट नू अपना अस्तीफा दिंदे हन। इस तो इलावा लोक सभा ते राज्य सभा दे परसन ने उन्हां विचों कोई भी जिहड़ा है इन्हां दे लई इंपीचमेंट दा मुकदमा जिहड़ा है चला सकदा है। उस तो इलावा जिहड़ियां राष्ट्रपति कोल कुछ अलग अलग ताकतां ने जिन्हां दा वो यूज़ करते हैं, यानी कि ਆਪਾਂ ਉਹਨਾਂ ਨੂੰ ਵੇਖਦੇ ਹਾਂ ਵੀ ਕਿਹੜੀਆਂ ਉਹਨਾਂ ਕੋਲ ਪਾਵਰਸ ਨੇ ਜਿਨ੍ਹਾਂ ਦਾ ਉਹ ਯੂਜ਼ ਕਰ ਸਕਦੇ ਹਨ। ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਜਿਹੜਾ ਇਹ ਦੇਸ਼ ਦੇ ਮੁਖੀ ਹੁੰਦੇ ਹਨ, ਦੇਸ਼ ਦਾ ਜਿਹੜਾ ਸ਼ਾਸਨ ਉਹਨਾਂ ਦੇ ਨਾਮ 'ਤੇ ਹੀ ਚਲਾਇਆ ਜਾਂਦਾ ਹੈ। ਰਾਸ਼ਟਰਪਤੀ ਦੇਸ਼ ਦਾ ਮੁੱਖ ਕਾਰਜਪਾਲਕ ਹੁੰਦਾ ਹੈ, ਯਾਨੀ ਕਿ ਮੇਨ ਕਾਰਜਕਰਤਾ ਹੁੰਦਾ ਹੈ। ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਨੇ ਸ਼ਕਤੀਆਂ ਸੌਂਪੀਆਂ ਗਈਆਂ ਨੇ। ਕਿਹੜੀਆਂ ਸ਼ਕਤੀਆਂ ਸੌਂਪੀਆਂ ਗਈਆਂ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਾਰਜਕਾਰੀ ਸ਼ਕਤੀਆਂ। ਕਾਰਜਕਾਰੀ ਸ਼ਕਤੀਆਂ ਦੇ ਵਿੱਚ ਮੇਨ ਮੈਂ ਤੁਹਾਨੂੰ ਇਹ ਸਮਝਾ ਦਿੰਦੀ ਹਾਂ, केवल सिर्फ तुसीं ये याद रखियो कि भी ये किस प्रकार की जी शक्तियाँ ने उन्होंने यूज़ किया जाता है। ये की है, ये आप याद रखना है कि भारत का जोड़ा अटॉर्नी जनरल है, कॉम्पट्रोलर है, ऑडिटर जनरल है, मुख्य चोन कमिश्नर है, यूनियन पब्लिक लोक सेवा आयोग है, चेयरमैन ते मैंबर, सुप्रीम कोर्ट ते हाई कोर्ट के जज, राज्यों के राजपाल, केंद्री खेतरां के उप राजपाल, देश के जोड़े राजदूत ने, इन्हां सारियां दी नियुक्ति करन दा कार्ज किहदे कोल हैगा है? राष्ट्रपति कोल हैगा है। अगे गल करते हाँ विधानक शक्तियाँ। विधानक शक्तियाँ की ने कि भी जिहड़ा संसद द्वारा जिहड़ा कोई भी द्वारा पास किए जाने वाला जिहड़ा बिल है वो राष्ट्रपति के हस्ताक्षर तो बिना जिहड़ा है नहीं बनता है, तो बिल नूं जिहड़ा है वापस भी ये संसद विच भेज सकते हैं। इस तो इलावा इन्हां कोल इन्नी पावर हुंदी है कि भी वो जिहड़ा है बिल नूं थोड़े दिन वास्ते रोक के रख सकते हैं, पॉकेट च पा के भुल सकते हैं, यानी कि वीटो पावर हुंदियां ने इन्हां कोल कई, जिन्हां नूं आपां डिटेल विच नहीं करांगे। वीटो वैसे इंपॉर्टेंट हैगी जदों आपां जिहड़ा ETT कैडर की तैयारी करांगे। ये मैनू नहीं लगता कि इन्ना ज़्यादा इंपॉर्टेंट है। ठीक है, अगों गल करते हाँ कि राष्ट्रपति जिहड़ा है किसी भी अध्यादेश द्वारा जिहड़ा है बैठक जारी करवा सकता है, कि किसी भी प्रकार के जिहड़े कानून ने उन्हां दे बारे जानकारी लै सकता है। तो उस तो बाद अगे डिस्कस करते हाँ फाइनैंशियल जी पावर इन्हों को होंदी है। जिन्ने भी प्रकार का बजट है सब तो पहला सारा कुछ तैयार करके जोड़ा है संसद के सामने पेश करता है, तो उन्होंने बारे सारा कुछ दसदा है, किस प्रकार के बिल आए ने, किवें आए ने, कितों फंड आया है, किवें आया है, इन्होंने सारे बारे कौन दसदा है? राष्ट्रपति दसदा है। परंतु ये काम किवें करवांदा है? क्योंकि जिन्होंने इन्होंने चुनिया होंदा ना, आ सारे परसन जिन्होंने इन्होंने चुनिया होया आ वाले, इन्होंने सारे परसनों तो ये काम करवा के आदे कोल इकट्ठा करता है, तो फिर संसद दे विच पेश करता है। फिर उस तो बाद जुडिशरी शक्तियाँ, इन्हों को एक पार्डन पावर होंदी है। पार्डन पावर का मतलब की है भी जिमें मान लो किसी गवर्नर किसी भी चीज़ नूं जिहड़ा है मान लो जज नूं अपॉइंट करना है, किसी अपराधी नूं सज़ा घट करनी है, मुकदमा दर्ज कराना है, राष्ट्रपति नूं लगता है कि भी ये जिहड़ा काम सही नहीं हो रहा तो उहदे उत्ते न्याय भी दे सकता है। याद रखियो भी आर्टिकल नंबर 72 है जिन्हों आपां पार्डन पावर कहने हैं। पार्डन पावर तो की भाव है? इस आर्टिकल के थ्रू जिहड़ा है राष्ट्रपति वो किसी भी परसन की सज़ा जिहड़ी है वो माफ़ कर सकता है या फिर उन्होंने घटा सकता है। ठीक है जी, अगे गल करते हाँ एमरजेंसी पावर। सिर्फ नाम याद रखियो भी नैशनल एमरजेंसी लगा सकते हैं। इस तो इलावा कॉन्स्टिट्यूशनल जी है वो लगा सकते हैं एमरजेंसी। फिर आता है फाइनैंशियल एमरजेंसी लगा सकते हैं। इन्हों इन डिटेल पढ़ लेना, इस दे विच कोई दिक्कत नहीं आएगी, सिर्फ तुहानूं पता होना चाहिए है कि किस प्रकार की जिहड़ियां ने एमरजेंसी ये लगा सकते हैं। ठीक है जी, उम्मीद करती हैं इत्थे तक तुहानूं जिहड़ा है समझ आया होएगा, किसी भी प्रकार की कोई भी दिक्कत जिहड़ी है वो नहीं होवेगी। ठीक है जी, सब तो इस तो इलावा आपां इहदे नाल कुछ इंपॉर्टेंट जिहड़ियां चीज़ां ने वो भी करांगे। इंपॉर्टेंट चीज़ां किहड़ियां ने जिहड़ियां आपां पहलां भी करके आ चुके हाँ कि फस्ट प्रेजिडेंट किहड़ा है, जिवें कि आपां स्पीकर पढ़िया सीगा, फस्ट स्पीकर किहड़ा है, उस प्रकार नाल आपां पढ़ांगे कि भी साडे जिहड़े फस्ट प्रेजिडेंट सीगे वो कौन सीगे। अगर तुहानूं इहदा आंसर जिहड़ा है पता है तो तुसीं चैट बॉक्स दे विच लिख सकते हो फस्ट प्रेजिडेंट ऑफ इंडिया कौन ने? डॉक्टर राजेंद्र प्रसाद।
डॉक्टर राजेंद्र प्रसाद। फिर याद रखियो फर्स्ट मुस्लिम प्रेसिडेंट ऑफ इंडिया, that is डॉक्टर जाकिर हुसैन। फिर फर्स्ट वाइस प्रेसिडेंट जेड़े कि टू बिकम प्रेसिडेंट, जेड़े कि प्रेसिडेंट बने सी, जेड़े कि बने प्रेसिडेंट बने वो सीगे एस राधा कृष्णन। ठीक है जी। इस तो बाद नैक्सट याद रखना फर्स्ट CGI टू एक्ट एज प्रेसिडेंट ऑफ इंडिया, that is M हिदयतुल्ला। उस तो बाद फर्स्ट इंडिपेंडेंट इलैक्टेड प्रेसिडेंट ऑफ इंडिया, फर्स्ट इंडिपेंडेंट elected president of India, that is V गिरी। ठीक है जी। हुण साडे जिहड़े इस टाइम चल रहे हैं that is 15th president of India, that is द्रौपदी मुर्मू जी, द्रौपदी मुर्मू जी। ठीक है जी। चलो उम्मीद करती हाँ तुहानूं इत्थे तक समझ आया होएगा। तो इस वीडियो दे विच आपां इत्थे तक ही डिस्कस करांगे, बाकी दा जिहड़ा डिस्कस करांगे अपनी नैक्सट वीडियो दे विच यानी कि पार्ट नंबर 3 दे विच डिस्कस करांगे। ये वाला जिहड़ा चैप्टर है इहदे विच काफ़ी टाइम लग जाएगा, यानी कि आपां नूं 1-2 वीडियोज़ जिहड़ियां ने होर लगणगीआं, परंतु ये वाला जिहड़ा चैप्टर है वो काफ़ी अच्छे तरीके नाल आपां जिहड़ा है कवर कर लांगे तो इनू जिहड़ा है इन डिटेल पढ़ांगे, क्योंकि ये विचों क्वेश्चनस जिहड़े ने वो इंपॉर्टेंट बन सकते हैं। उम्मीद करती हाँ सैशन तुहानूं पसंद आया होएगा, वीडियो भी पसंद आई होएगी। किसी भी प्रकार की तुहानूं प्रॉब्लम आती है तो तुसीं इस नंबर के उत्ते मैसेज कर सकते हो। वीडियो वधिया लगे तो लाइक करियो, शेयर करियो, सबसक्राइब करियो, क्योंकि तुहाडा एक लाइक एक शेयर तो एक जिहड़ी सबसक्रिप्शन है वो मोटिवेट करती है कि मैं काफ़ी ज़्यादा वीडियोज़ जिहड़ियां ने वो लैके आवां। उम्मीद करती हाँ तुसी इस उत्ते जरूर अमल करोगे।